ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਪਰਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਬੀਤੇ ਦਿਨੀ ਹੋਈ ਦੀਵਾਲੀ ਤੋਂ ਬਾਅਦ ਹੁਣ ਤਿਆਰੀਆਂ ਚੱਲ ਰਹੀਆਂ ਨੇ ਕ੍ਰਿਸਮਸ ਤੇ ਨਵੇਂ ਸਾਲ ਦੇ ਆਗਮਨ ਦੀਆਂ। ਪਰ ਜਿਸ ਤਰ੍ਹਾਂ ਤਿਉਹਾਰਾਂ ਦੀਆਂ ਰੌਣਕਾਂ ਜਾਰੀ ਰਹਿਣਗੀਆਂ, ਉਸੇ ਤਰ੍ਹਾਂ ਜਾਰੀ ਰਹਿਣਗੀਆਂ NRI ਵਰਡ ਦੀਆਂ ਇਹ ਸਰਗਰਮੀਆਂ। ਸੋ ਵੇਖਦੇ ਹਾਂ ਕੀ ਹੈ ਖਾਸ ਅੱਜ NRI ਵਰਡ ਦੇ ਵਿੱਚ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ਵਿੱਚ 1 ਮਿਲੀਅਨ ਪੇੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਬੀਤੇ ਦਿਨੀ ਈਕੋ ਸਿੱਖ ਨਾਲ ਮਿਲ ਕੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸਿਟੀ ਆਫ ਬ੍ਰੈਂਪਟਨ ਤੇ ਟਾਊਨ ਆਫ ਓਕਵਿਲ ਦੇ ਸਹਿਯੋਗ ਨਾਲ 550 ਪੇੜ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਈਕੋ ਸਿੱਖ ਕੈਨੇਡਾ ਵੱਲੋਂ ਬ੍ਰੈਂਪਟਨ ਦੇ ਕਲੀਅਰਵਿਲ ਕੰਜ਼ਰਵੇਸ਼ਨ ਏਰੀਆ ਦੇ ਵਿੱਚ ਟ੍ਰੀ ਪਲਾਂਟਿੰਗ ਇਵੈਂਟ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੇੜ ਪੌਦੇ ਲਗਾਏ ਗਏ। ਸਿੱਖ ਕਮਿਊਨਿਟੀ ਵੱਲੋਂ ਸਥਾਪਿਤ ਕੀਤੀ ਗਈ ਈਕੋ ਸਿੱਖ ਆਰਗੇਨਾਈਜੇਸ਼ਨ ਸਾਫ਼ ਵਾਤਾਵਰਣ ਲਈ ਕੰਮ ਕਰਦੀ ਹੈ। ਈਕੋ ਸਿੱਖ ਕੈਨੇਡਾ ਵੱਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਭਰ ਦੇ ਵਿੱਚ ਪੇੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। Very amazing event today. Beautiful day, beautiful conditions. 550 trees planted by the Sikh community in Brampton, Khalsa Aid, Ontario Gurdwara Committee, Langar Seva Group, working up with or teaming up with EcoSec Canada in part of the initiative to plant 10,000 trees from September to November across Canada. You're seeing a lot of these events come forth. Next week we're doing also City of Brampton, we're doing City of Oakville the following week, we're doing Scarborough next week as well. ਇਹ ਸਭ ਤੋਂ ਵਧੀਆ ਮੇਰੇ ਹਿਸਾਬ ਨਾਲ ਤਰੀਕਾ ਹੈਗਾ ਗੁਰੂ ਨਾਨਕ ਦੇ ਗੁਰਪੁਰਬ ਨੂੰ ਮਨਾਉਣ ਲਈ, ਕਿਉਂਕਿ ਇਹ ਜਿਹੜੇ ਗੁਰੂ ਨਾਨਕ ਦਾ ਮੈਸੇਜ ਸੀਗਾ ਇੱਕ ਵਧੀਆ ਦੁਨੀਆ ਸੇ ਬਣਾਉਣਾ। ਅਸੀਂ ਵਾਤਾਵਰਨ ਦੇ ਦੇਖਭਾਲ ਕਰਨੀ ਹੈ ਤੇ ਅਸੀਂ ਨਾਲ ਅਸੀਂ ਵਾਤਾਵਰਨ ਨੂੰ ਅਸੀਂ ਗਰੋ ਕਰਨੀ ਹੈ, ਅਸੀਂ ਸਪੋਰਟ ਕਰਨੀ ਹੈ। ਤੇ ਇਹ ਜਿਹੜੇ ਇਨੀਸ਼ੀਏਟਿਵ to plant 550 trees is such an amazing and important way to support and to celebrate Guru Nanak Gurpurab, and I'm so happy to be here joining with everyone. ਬਹੁਤ ਵਧੀਆ ਲੱਗਦਾ ਆਪਾਂ ਇੱਥੇ 550 ਦਰਖਤ ਸ਼ਰਬਸ ਪਲਾਂਟ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਲਈ। ਵਧੀਆ ਲੱਗਦਾ ਜਿੱਦਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਪ੍ਰੋਗਰਾਮ ਹੋ ਰਹੇ ਆ, ਪਰ ਆਪਾਂ ਗੁਰਦੁਆਰਿਆਂ ਤੋਂ ਬਾਹਰ ਨਿਕਲ ਕੇ ਕਮਿਊਨਿਟੀ ਦੇ ਵਿੱਚ ਵੀ ਵਧੀਆ ਤੋਂ ਵਧੀਆ ਇੰਪੈਕਟ ਬਣਾ ਰਹੇ ਹਾਂ ਇਨ ਮੈਮਰੀ ਆਫ ਗੁਰੂ ਨਾਨਕ ਦੇਵ ਜੀ। ਅੱਜ ਤੁਸੀਂ ਇੱਥੇ ਦੇਖ ਸਕਦੇ ਹੋ ਸਾਡੇ ਪਿੱਛੇ ਵੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਤੇ ਬ੍ਰੈਂਪਟਨ ਦੇ ਵਿੱਚ ਅੱਜ 550 ਜਿਹੜੇ ਨੇ ਟਰੀ ਪਲਾਂਟ ਕੀਤੇ ਜਾ ਰਹੇ ਆ ਈਕੋ ਸਿੱਖ ਦੇ ਨਾਲ ਮਿਲ ਕੇ। ਤੇ ਅੱਜ ਬਹੁਤ ਸਾਰੇ ਤੁਸੀਂ ਪਿੱਛੇ ਦੇਖ ਸਕਦੇ ਹੋ, ਬਹੁਤ ਸਾਰੇ ਵਲੰਟੀਅਰਸ ਨੇ ਜਿਹਨੇ ਕਿ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਆ। ਤੇ ਤੁਸੀਂ ਇਹ ਜੋ ਵੀ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖੀ ਨੂੰ ਪ੍ਰਫੁੱਲਤ ਕਰ ਰਹੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵਲੰਟੀਅਰਸ ਦਾ ਜੋ ਵੀ ਇੱਥੇ ਆ ਕੇ ਸੇਵਾ ਨਿਭਾ ਰਹੇ ਨੇ। ਤੇ ਇਹਨਾਂ ਨੂੰ ਜੋ ਬਲਿਹਾਰੀ ਕੁਦਰਤ ਵਸਿਆ ਜੋ ਆਪਣੇ ਤੋਕਾ ਪੰਜਾਬੀ ਦੀ ਉਹਨੂੰ ਪ੍ਰਫੁੱਲਤ ਕਰ ਰਿਹਾ। ਅੱਜ ਦਾ ਜਿਹੜਾ ਇਵੈਂਟ ਹੈਗਾ ਬੜੇ ਹੀ ਪਿਆਰ ਦੇ ਨਾਲ ਇੱਥੇ ਹੋ ਰਿਹਾ ਹੈਗਾ। ontario ਗੁਰਦੁਆਰਾ ਕਮੇਟੀ ਨੇ ਸਿਟੀ ਆਫ ਬ੍ਰੈਂਪਟਨ ਦੇ ਨਾਲ ਰਲ ਕੇ ਜਿਹੜਾ ਪਲਾਂਟਿੰਗ ਦਾ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਸੀਗਾ। ਅੱਜ ਆਪਾਂ ਇੱਥੇ 500 ਜਿਹੜੇ ਆ ਪਲਾਂਟਸ ਜਿਹੜੇ ਇੱਥੇ ਲਾਏ ਹੈਗੇ ਆ। ਅਸੀਂ ਯੰਗਸਟਰ ਨੂੰ ਇਨਕਰੇਜ ਕਰਨ ਦੇ ਲਈ ਇਹ ਜਿਹੜਾ ਇਹ ਸਮਾਗਮ ਰੱਖਿਆ ਸੀ। ਨਾਲ ਦੀ ਨਾਲ ਅਸੀਂ ਲੈਕਚਰਾਂ ਦੀ ਸੀਰੀ 1 ਮੰਥ ਦੇ ਲਈ ਹਰੇਕ ਵੀਕਐਂਡ ਨੂੰ ਦੇ ਸੈਚਰਡੇ ਸੰਡੇ ਲੈਕਚਰ ਜਿਹੜੇ ਹੈਗੇ ਆ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹੈਗੇ ਆ। ਉਹਨੂੰ ਪ੍ਰਮੋਟ ਕਰਨ ਦੇ ਲਈ ਆਪਾਂ ਇਹ ਜਿਹੜੇ ਪ੍ਰੋਗਰਾਮ ਲਿਖੇ ਹੈਗੇ ਆ। ਸਾਡੀ ਬੇਨਤੀ ਹੈਗੀ ਕਿ ਜਿੰਨੇ ਵੀ ਯੰਗਸਟਰ ਹੈਗੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਮੇਰੀ ਇੱਕ ਬੇਨਤੀ ਸਭ ਤੋਂ ਜ਼ਰੂਰੀ ਹੈ ਕਿ ਖਾਸ ਕਰਕੇ ਆਪਣੇ ਏਸ਼ੀਅਨ ਸਬ ਕੰਟੀਨੈਂਟ 'ਚ ਔਰ ਹੋਰ ਵੀ ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ ਉਹ ਵੱਧ ਤੋਂ ਵੱਧ ਇਸ ਯੋਗਦਾਨ 'ਚ ਹਿੱਸਾ ਪਾਵੇ। ਔਰ ਖਾਸ ਕਰਕੇ ਮੈਂ ਇੰਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਤਾਂ ਹੀ ਸਫਲ ਆ ਜੇ ਘੱਟ ਤੋਂ ਘੱਟ ਤੁਸੀਂ ਆਪਣੇ ਪਿੰਡ, ਆਪਣੇ ਮਹੱਲੇ, ਆਪਣੇ ਸ਼ਹਿਰ ਵਿੱਚ 55 ਦਰਖਤ ਲਗਾਓ। ਜੇ 55 ਨਹੀਂ ਲਗਾ ਸਕਦੇ ਤੇ ਘੱਟ ਤੋਂ ਘੱਟ ਤੁਸੀਂ 5 ਲਗਵਾਓ। ਤੇ ਇਸੇ ਤਰ੍ਹਾਂ ਇਹ ਵੀਰਾਂ ਨੂੰ ਬਾਹਰ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਆਪਣੇ ਨਗਰ 'ਚ, ਆਪਣੇ ਮਹੱਲੇ 'ਚ, ਆਪਣੇ ਸ਼ਹਿਰ 'ਚ ਘੱਟ ਤੋਂ ਘੱਟ 55 ਦਰਖਤ ਹਰ ਇੱਕ
ਉੱਥੇ ਲਗਵਾਉਣ ਦੀ ਕੋਸ਼ਿਸ਼ ਕਰੇ। ਲਗਾਉਣੇ ਹੀ ਨਹੀਂਗੇ, ਉਹਨਾਂ ਨੂੰ ਫਿਰ ਪਾਲਣਾ ਵੀ ਆ, ਤਾਂ ਹੀ ਸਾਡਾ ਗੁਰਪੁਰਬ ਮਨਾਇਆ ਸਫਲ ਹੋਏਗਾ। ਜ਼ਿਕਰਯੋਗ ਹੈ ਕਿ 2021 ਤੱਕ ਇਕੋ ਸਿੱਖ ਕੈਨੇਡਾ ਸੰਸਥਾ ਵੱਲੋਂ ਦੇਸ਼ ਭਰ ਦੇ ਵਿੱਚ 55,000 ਪੇੜ ਪੌਦੇ ਲਗਾਏ ਜਾਣਗੇ। ਬੀਤੇ ਦਿਨੀ ਦੀਵਾਲੀ ਦੇ ਮੌਕੇ ਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਖਾਸ ਤੌਰ ਤੇ ਪਹੁੰਚੇ ਬ੍ਰੈਂਪਟਨ ਦੇ ਇੰਡੀਆ ਪੰਜਾਬੀ ਬਾਜ਼ਾਰ ਦੇ ਵਿੱਚ, ਜਿੱਥੇ ਉਹਨਾਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਨਾਲ ਹੀ ਸਮਾਲ ਬਿਜ਼ਨਸ ਨੂੰ ਪ੍ਰਮੋਟ ਵੀ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਐਸੋਸੀਏਟ ਮਿਨਿਸਟਰ ਪ੍ਰਮੀਤ ਸਰਕਾਰੀਆ ਵੀ ਖਾਸ ਤੌਰ ਤੇ ਮੌਜੂਦ ਸਨ। ਕਲਚਰ ਅਤੇ ਹੈਰੀਟੇਜ ਨੂੰ ਸੈਲੀਬ੍ਰੇਟ ਕਰਨ ਲਈ ਸਭ ਤੋਂ ਵੱਡਾ ਕਮਿਊਨਿਟੀ ਫੈਸਟੀਵਲ ਮੰਨਿਆ ਜਾਂਦਾ ਹੈ ਦੀਵਾਲੀ ਦਾ ਤਿਉਹਾਰ। ਦੀਵਾਲੀ ਦਾ ਤਿਉਹਾਰ ਰੋਸ਼ਨੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਕੈਨੇਡਾ ਦੇ ਵਿੱਚ ਇੰਡੀਅਨ ਕਮਿਊਨਿਟੀ ਦੀਵਾਲੀ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ। ਕੈਨੇਡਾ ਦੀ ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬ੍ਰੈਂਪਟਨ ਦੇ ਵਿੱਚ ਇੰਡੀਅਨ ਬਾਜ਼ਾਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ। First of all, I'm proud to be here with the Prado family. What a great grocery store here, and very diverse. I look around, there's so many different products. Also joined by my great MVPs, Prab Sakaria, champion, and Amarjot Sandhu. Both incredible guys representing Brampton. I want to wish everyone a happy Diwali. This is a time to spend with your family, and there's so many shared values that we share with each and every one of you. That's family, celebrating traditional traditions, and hard work. And I just want to thank each and every one of you and wish you an amazing Diwali today. ਇਸ ਮੌਕੇ ਉਹਨਾਂ ਨੇ ਇੰਡੀਅਨ ਕਮਿਊਨਿਟੀ ਵੱਲੋਂ ਕੈਨੇਡਾ ਅਤੇ ਖਾਸ ਕਰਕੇ ਓਨਟਾਰੀਓ ਦੇ ਵਿੱਚ ਹੁਣ ਤੱਕ ਪਾਏ ਗਏ ਯੋਗਦਾਨ ਦਾ ਧੰਨਵਾਦ ਕੀਤਾ। We cut the red tape, cut the regulations, and that's what the minister's in charge of, doing an incredible job, lowering taxes, and just making an opportunity for companies can thrive and prosper and grow. And this is an example of an incredible family that works day in and day out, providing jobs, providing a service to the community. And we need more people like the Prado family here in Ontario. ਅੱਜ ਅਸੀਂ ਇੱਥੇ ਪਹੁੰਚੇ ਹੈਗੇ ਜੀ ਪ੍ਰੀਮੀਅਰ ਫੋਰਡ ਦੇ ਨਾਲ, ਜਿੱਥੇ ਅਸੀਂ ਸਮਾਲ ਬਿਜ਼ਨਸ ਵੀਕ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ। ontario ਦੇ ਵਿੱਚ 400,000 ਸਮਾਲ ਬਿਜ਼ਨਸਿਸ ਹੈਗੀ ਆ, ਅਤੇ ਜਦੋਂ ਦੀ ਸਾਡੀ ਸਰਕਾਰ ਜੂਨ 7 2018 ਵਿੱਚ ਆਈ ਆ, 272,000 ਨਿਊ ਜੌਬਸ ਇੱਥੇ ontario ਵਿੱਚ ਕ੍ਰੀਏਟ ਹੋ ਗਈਆਂ। ਸੋ ਅਸੀਂ ਇਸੇ ਮੁੱਦੇ ਨੂੰ ਰੱਖ ਕੇ ਆਪਣੇ ਜੋ ਸਮਾਲ ਬਿਜ਼ਨਸ ਹੈ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਅਸੀਂ ਹਮੇਸ਼ਾ ਜੋ ਸਾਡੀਆਂ ਪਾਲਿਸੀਜ਼ ਹੈਗੀਆਂ, ਕਿਉਂਕਿ ਇੱਥੇ ਜਿਹੜਾ ਸਮਾਲ ਬਿਜ਼ਨਸ ਹੈਗਾ 30% ਜੋ ontario ਦੀ GDP ਹੈ ਉਸ ਨੂੰ ਸਪੋਰਟ ਕਰਦੀ ਹੈ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਹਮੇਸ਼ਾ ਉਹੋ ਜਿਹੀਆਂ ਪਾਲਿਸੀਆਂ ਲਿਆਵਾਂਗੇ ਜਿਸ ਦੇ ਨਾਲ ਜੌਬ ਗਰੋਥ ਹੋਰ ਵੱਧ ਸਕੇ। ਅੱਜ ਆਪਾਂ ਇੱਥੇ ਬ੍ਰੈਂਪਟਨ ਸਾਊਥ ਰਾਈਡਿੰਗ ਦੇ ਵਿੱਚ ਇਕੱਠੇ ਹੋਏ ਆ। ਇੰਡੀਅਨ ਪੰਜਾਬੀ ਬਾਜ਼ਾਰ ਜਿਹੜਾ ਇੱਕ ਗਰੋਸਰੀ ਸਟੋਰ ਆ, ਸਾਡੇ ontario ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਇੱਥੇ ਆਏ ਸੀ। ਆਪਾਂ ਜਿਹੜਾ ਸਮਾਲ ਬਿਜ਼ਨਸ ਵੀਕ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ ontario ਦੇ ਵਿੱਚ, ਇਹ ਸਾਡੇ ਪ੍ਰੀਮੀਅਰ ਦੇ ਇੱਥੇ ਆਉਣ ਨਾਲ ਦੱਸਦਾ ਕਿ ਜਿਹੜੇ ਪ੍ਰੀਮੀਅਰ ਆ ਜਿਹੜੇ ਕਿੰਨੇ ਸਪੋਰਟਿਵ ਆ ਬਿਜ਼ਨਸ ਲਈ। ਸਾਡੀ ਗਵਰਨਮੈਂਟ ਜਿਹੜੀ ਇੱਕ ਇਨਵਾਇਰਮੈਂਟ ਬਣਾਉਣਾ ਚਾਹੁੰਦੀ ਹੈ ਕਿ ਜਿਹੜਾ ਬਿਜ਼ਨਸ ਆ ਉਹ ontario ਦੇ ਵਿੱਚ ਫਲਰਿਸ਼ ਹੋਵੇ। ਜਦੋਂ ਬਿਜ਼ਨਸ ਫਲਰਿਸ਼ ਹੁੰਦੇ ਆ, ਜਿਹੜੀਆਂ ਜੌਬਸ ਆ ਉਹ ontario ਦੇ ਵਿੱਚ ਕ੍ਰੀਏਟ ਹੁੰਦੀਆਂ, ਇਕੋਨਮੀ ਜਿਹੜੀ ਆ ਉਹ ਵੱਧਦੀ ਆ। ਸਾਡੀ ਗਵਰਨਮੈਂਟ ਨੇ ਪਿਛਲੇ 1 ਸਾਲ ਦੇ ਵਿੱਚ ਓਵਰ 272,000 ਜਿਹੜੀਆਂ ਜੌਬਸ ਆ ਉਹ ਕ੍ਰੀਏਟ ਕੀਤੀਆਂ ਵਾ। ਰੈਗੂਲੇਸ਼ਨਸ ਜਿਹੜੀਆਂ ਅਸੀਂ ਕੱਟ ਕਰਨ ਜਾ ਰਹੇ ਹਾਂ, ਕਾਰਪੋਰੇਟ ਟੈਕਸ ਜਿਹੜਾ ਵਾ ਬਿਜ਼ਨਸਿਸ 'ਤੇ ਉਹ ਸਾਡੀ ਗਵਰਨਮੈਂਟ ਘਟਾਉਣ ਜਾ ਰਹੀ ਆ। ਸਿੱਖ ਕਮਿਊਨਿਟੀ ਦੇ ਵਿੱਚ ਇਹ ਤਿਉਹਾਰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੰਡੋ ਕੈਨੇਡੀਅਨ ਕਮਿਊਨਿਟੀ ਵੱਲੋਂ ਇਸ ਤਿਉਹਾਰ ਨੂੰ ਪਾਰੰਪਰਿਕ ਤਰੀਕੇ ਨਾਲ ਮਨਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਂਦੀ। ਗੱਲ ਹੋਵੇ ਜਦੋਂ ਤਿਉਹਾਰ ਦੀ, ਤਾਂ ਪੰਜਾਬੀ ਗਾਣਿਆਂ ਤੋਂ ਬਿਨਾਂ ਤਾਂ ਪੂਰੀ ਨਹੀਂ ਹੁੰਦੀ। ਇਸੇ ਲਈ ਸਰੀ ਵਿੱਚ ਆਯੋਜਿਤ ਕੀਤਾ ਗਿਆ ਦੀਵਾਲੀ ਮੇਲਾ, ਜਿਸ ਵਿੱਚ ਪਰਫਾਰਮ ਕਰਨ ਲਈ UK ਤੋਂ ਖਾਸ ਤੌਰ ਤੇ ਮਲਕੀਤ ਸਿੰਘ ਪਹੁੰਚੇ ਅਤੇ ਉਹਨਾਂ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਹਰ ਕੋਈ ਉੱਥੇ ਨੱਚਣ ਲਈ ਮਜਬੂਰ ਹੋ ਗਿਆ। ਸਰੀ ਦੇ ਵਿੱਚ ਸ਼ੋਅ ਹੋਵੇ, ਸਰੀ ਦੇ ਵਿੱਚ ਫੈਸਟੀਵਲ ਹੋਵੇ ਤਾਂ ਉੱਥੇ ਇੱਕ ਨਾਲ
ਸਿੰਗਰ ਦਾ ਨਾਂ ਹੋਵੇ ਉਹ ਹੈ ਮਲਕੀਤ ਸਿੰਘ। ਗੋਲਡਨ ਸਟਾਰ ਸੁਪਰਸਟਾਰ ਸਾਡੇ ਮਲਕੀਤ ਸਿੰਘ ਹੋਣੀ ਉੱਥੇ ਹੋਣੇ ਬਹੁਤ ਜ਼ਰੂਰੀ ਹੈ ਜਦ ਸਰੀ ਦੇ ਵਿੱਚ ਈਵੈਂਟ ਹੋ ਰਿਹਾ, ਤੇ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਮਲਕੀਤ ਸਿੰਘ ਸਾਡੇ ਨਾਲ ਨੇ, ਸਰੀ ਦੇ ਵਿੱਚ ਬੰਬੇ ਬੈਂਕਟ ਹਾਲ ਦੇ ਵਿੱਚ ਪਹੁੰਚੇ ਹੋਏ ਹਨ। ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਇੱਥੇ ਆਉਣ ਦਾ ਕਿੱਦਾਂ ਸਬੱਬ ਬਣਿਆ। ਤੁਹਾਡਾ ਸਵਾਗਤ ਭਾਜੀ। ਬਹੁਤ ਬਹੁਤ ਧੰਨਵਾਦ ਜੀ, ਔਰ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਅੱਜ ਇੱਥੇ ਦੀਵਾਲੀ ਗਾਲਾ ਹੋ ਰਿਹਾ, ਦੀਵਾਲੀ ਦੇ ਫੰਕਸ਼ਨ ਹੋ ਰਿਹਾ, ਪ੍ਰੋਗਰਾਮ ਹੋ ਰਿਹਾ, ਔਰ ਮੈਂ ਲਾਈਵ ਬੈਂਡ ਦੇ ਨਾਲ ਇੱਥੇ ਪਰਫਾਰਮ ਕਰ ਰਿਹਾ। ਮਲਕੀਤ ਭਾਜੀ, ਬਹੁਤ ਹੀ ਪੋਟਿਆਂ ਦੀ ਗਿਣਤੀ ਵਾਲੇ ਆਰਟਿਸਟ ਨੇ ਜਿਹੜੇ ਲਾਈਵ ਬੈਂਡ ਨਾਲ ਗਾਉਂਦੇ ਹੋ। ਕਿੰਨੇ ਸਾਲ ਹੋ ਗਏ ਭਾਜੀ, ਤੇ ਅੱਜ ਵੀ ਤੁਹਾਡੀ ਜੋ ਲੋਕਾਂ ਦੇ ਵਿੱਚ ਪਿਆਰ ਉਦਾਂ ਦਾ ਉਦਾਂ ਹੀ ਬਣਿਆ ਹੋਇਆ? ਦੇਖੋ ਜੀ, ਇਹ ਕੁਦਰਤ ਦੀਆਂ ਗੱਲਾਂ ਆ, ਵਾਹਿਗੁਰੂ ਦੀ ਬਹੁਤ ਕਿਰਪਾ ਆ। ਜਿਉਂ ਮੈਂ ਇੱਥੇ ਬੜਾ ਮਾਣ ਦੇ ਨਾਲ ਕਹਿ ਸਕਦਾ ਆਪਣੇ ਸਰੋਤਿਆਂ ਲਈ, ਕਿਉਂਕਿ ਵੈਨਕੂਵਰ 'ਚ ਮੈਂ ਪਹਿਲੀ ਵਾਰੀ 87 'ਚ ਪ੍ਰੋਗਰਾਮ ਕਰਨ ਆਇਆ ਸੀ। ਫਸਟ ਟਾਈਮ ਜਦੋਂ ਮੈਂ ਪਰਫਾਰਮ ਕਰਨ ਆਇਆ ਸੀ, ਤੇ ਉਦੋਂ ਵੀ ਸ਼ੋਅ ਪਹਿਲੀ ਵਾਰੀ ਪੰਜਾਬੀ ਸ਼ੋਅ ਕੋਈ ਸੋਲਡ ਆਊਟ ਹੋਇਆ ਸੀ ਕੁਈਨ ਐਲਿਜ਼ਬeth ਹਾਲ ਦੇ ਵਿੱਚ ਡਾਊਨਟਾਊਨ ਦੇ ਵਿੱਚ। ਸੋ ਉਦੋਂ ਵੀ ਸੋਲਡ ਆਊਟ ਸੀ, ਤਾਂ ਹੁਣ ਫੇਰ ਇੰਨੇ ਸਾਲਾਂ ਬਾਅਦ ਫੇਰ ਹਰ ਸਾਲ ਜਦੋਂ ਆਉਂਦੇ ਆ ਸੋਲਡ ਆਊਟ ਹੀ ਹੁੰਦਾ, ਤੇ ਐਰਕੀ ਫੇਰ ਸੋਲਡ ਆਊਟ ਸੀਗਾ, ਤੇ ਬਹੁਤ ਲੋਕ ਪਿਆਰ ਸਤਿਕਾਰ ਕਰਦੇ। ਭਾਜੀ, ਭਾਵੇਂ ਓਲਡ ਜਨਰੇਸ਼ਨ ਹੋਵੇ ਚਾਹੇ ਨਵੇਂ ਬੱਚੇ ਹੋਣ, ਤੁਹਾਨੂੰ ਬਹੁਤ ਪਿਆਰ ਕਰਦੇ ਆ। ਹੁਣ ਰੀਸੈਂਟਲੀ ਹੀ ਤੁਹਾਡੀ ਇੱਕ ਵੀਡੀਓ ਆਈ ਜਿਹਦੇ ਵਿੱਚ ਹਨੀ ਸਿੰਘ ਵੀ ਨਜ਼ਰ ਆਏ, ਸਾਡੀ ਇੱਥੇ ਲੋਕਲ ਮਾਡਲ ਵੀ ਸੀਗੀ ਕੁੜੀ, ਉਹ ਵੀ ਨਜ਼ਰ ਆਈ। ਕਿੱਦਾਂ ਦਾ ਰਿਸਪੌਂਸ ਰਿਹਾ? ਬਹੁਤ ਵਧੀਆ ਜੀ, ਕਿਉਂਕਿ ਸਮੇਂ ਦੇ ਮੁਤਾਬਕ ਚੱਲਣਾ ਚਾਹੀਦਾ। ਮਿਊਜ਼ਿਕ ਇਟਸ ਲਾਈਕ ਫੈਸ਼ਨ ਹੈ, ਔਰ ਫੈਸ਼ਨ ਕੱਪੜਾ ਕਿੰਨਾ ਵੀ ਮਹਿੰਗਾ ਹੋਵੇ, ਜੋ ਫੈਸ਼ਨ 'ਚ ਨਹੀਂ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ। ਤੇ ਇਸੇ ਤਰ੍ਹਾਂ ਹੀ ਕਲਾਕਾਰ ਜਿਹੜਾ ਆ ਉਹ ਮਿਊਜ਼ਿਕ ਨੂੰ ਚੇਂਜ ਕਰਦਾ ਰਹੇ, ਸਮੇਂ ਦੇ ਮੁਤਾਬਕ ਚੱਲਦਾ ਰਹੇ, ਸਾਰਿਆਂ ਦੇ ਤਰੀਕੇ ਦਾ ਮਿਊਜ਼ਿਕ ਆਵੇ। ਜਿਵੇਂ ਹੁਣ ਤੁਸੀਂ ਕਿਹਾ ਵੀ ਓਲਡ ਜਨਰੇਸ਼ਨ ਜਿਹੜੀ ਆ ਉਹ ਵੀ ਆਪਣੇ ਗੀਤ ਸੁਣਦੀ ਆ, ਤੇ ਨਿਊ ਜਨਰੇਸ਼ਨ ਵੀ ਸੁਣਦੀ ਆ। ਨਿਊ ਜਨਰੇਸ਼ਨ ਨੂੰ ਹੋਰ ਨਾਲ ਰਲਾਉਣ ਦੇ ਲਈ ਮੈਂ ਇਸ ਕਰਕੇ ਫਿਰ ਹਨੀ ਸਿੰਘ ਦੇ ਨਾਲ ਅਸੀਂ ਗਾਣਾ ਕੀਤਾ ਸੀਗਾ, ਤੇ ਮੈਨੂੰ ਲੱਗਦਾ ਕਿ ਇਸ ਗੀਤ ਦੇ ਨਾਲ ਹੁਣ ਅਸੀਂ ਚੌਥੀ ਪੀੜ੍ਹੀ ਦੇ ਨਾਲ ਜੁੜ ਗਏ ਹਾਂ। ਹੁਣ ਜਿਹੜੇ ਬੱਚੇ ਪਹਿਲਾਂ ਜਿਹਨਾਂ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਗੁੜ ਨਾਲ ਇਸ਼ਕ ਮਿੱਠਾ ਕੀ ਹੁੰਦਾ। ਸੋ ਬਹੁਤ ਚੰਗਾ ਲੱਗਦਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕਰਾਂਗੇ ਖਾਸ ਮੁਲਾਕਾਤ ਮੈਰੀਟਾਈਮ ਭੰਗੜਾ ਗਰੁੱਪ ਦੇ ਇੱਕ ਖਾਸ ਮੈਂਬਰ ਦੇ ਨਾਲ। ਤੁਸੀਂ ਬਣੇ ਰਹੋ NRI ਵਰਡ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੇ ਹੁਣ ਗੱਲ ਕਰਦੇ ਹਾਂ ਮੈਰੀਟਾਈਮ ਭੰਗੜਾ ਗਰੁੱਪ ਦੀ। ਮੈਰੀਟਾਈਮ ਭੰਗੜਾ ਗਰੁੱਪ ਇੱਕ ਅਜਿਹਾ ਗਰੁੱਪ ਜੋ ਹਮੇਸ਼ਾ ਆਪਣੇ ਭੰਗੜੇ ਦੇ ਰਾਹੀਂ, ਆਪਣੀ ਕਲਾ ਦੀ ਰਾਹੀਂ ਕਿਸੇ ਸਪੈਸ਼ਲ ਕਾਜ਼ ਲਈ ਅਵੇਅਰਨੈਸ ਕ੍ਰੀਏਟ ਕਰਦੇ ਨੇ, ਤੇ ਇਸ ਵਿੱਚ ਕਾਫੀ ਸਫਲ ਵੀ ਰਹੇ ਨੇ। ਹਾਲ ਹੀ ਵਿੱਚ ਮੈਰੀਟਾਈਮ ਭੰਗੜਾ ਗਰੁੱਪ ਤੇ ਇੱਕ ਸਪੈਸ਼ਲ ਡਾਕੂਮੈਂਟਰੀ ਬਣੀ ਹੈ। ਕੀ ਹੈ ਇਸ ਡਾਕੂਮੈਂਟਰੀ ਵਿੱਚ ਖਾਸ, ਇਸ ਸੰਬੰਧੀ ਪੇਸ਼ ਹੈ ਖਾਸ ਗੱਲਬਾਤ ਮੈਰੀਟਾਈਮ ਭੰਗੜਾ ਗਰੁੱਪ ਦੇ ਇੱਕ ਮੈਂਬਰ ਦੇ ਨਾਲ। ਨੋਵਾ ਸਕੋਸ਼ੀਆ ਦਾ ਮੈਰੀਟਾਈਮ ਭੰਗੜਾ ਗਰੁੱਪ ਇੱਕ ਵਾਇਰਲ ਸੈਂਸੇਸ਼ਨ ਬਣ ਚੁੱਕਿਆ ਹੈ। ਮੈਰੀਟਾਈਮ ਭੰਗੜਾ ਗਰੁੱਪ ਵੱਲੋਂ ਚੈਰਿਟੀ ਲਈ ਬਣਾਈਆਂ ਗਈਆਂ ਵੀਡੀਓਜ਼ ਨੂੰ ਲੋਕੀ 25 ਮਿਲੀਅਨ ਤੋਂ ਵੱਧ ਵਾਰੀ ਵੇਖ ਚੁੱਕੇ ਹਨ, ਤੇ ਹਾਲ ਹੀ ਦੇ ਵਿੱਚ ਇੱਕ ਲੋਕਲ ਡਾਇਰੈਕਟਰ ਵੱਲੋਂ ਮੈਰੀਟਾਈਮ ਭੰਗੜਾ ਗਰੁੱਪ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ, ਜਿਹਦਾ ਨਾਮ ਹੈ ਬਿਹਾਈਂਡ ਦ ਭੰਗੜਾ ਬॉयਜ਼ ਐਨ ਆਰਟ ਆਫ ਜॉयस ਐਕਟਿਵਿਜ਼ਮ। ਇਸੇ ਫਿਲਮ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਮੈਰੀਟਾਈਮ ਭੰਗੜਾ ਗਰੁੱਪ ਦੇ ਫਾਊਂਡਰ ਹਸਮੀਤ ਸਿੰਘ ਦੇ ਨਾਲ। ਸਤਿ ਸ਼੍ਰੀ ਅਕਾਲ ਹਸਮੀਤ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਪੀਟੀਸੀ ਦੇਖਣ ਵਾਲਿਆਂ ਨੂੰ। ਮੈਰੀਟਾਈਮ ਭੰਗੜਾ ਗਰੁੱਪ ਦੀ ਵੀਡੀਓਜ਼ ਅਸੀਂ ਬਹੁਤ ਦੇਖੀਆਂ ਵਾਇਰਲ ਹੁੰਦੀਆਂ, ਪਰ ਇੱਕ ਫਿਲਮ ਬਣਨੀ, ਇੱਕ ਡਾਕੂਮੈਂਟਰੀ ਫਿਲਮ ਬਣਨੀ ਇੱਕ ਵੱਖਰੀ ਗੱਲ ਹੈਗੀ ਹੈ। ਵਾਟ ਦਿਸ ਡਾਕੂਮੈਂਟਰੀ ਫਿਲਮ ਇਜ਼ ਆਲ ਅਬਾਊਟ? ਇਹ ਡਾਕੂਮੈਂਟਰੀ ਗੱਲ ਕਰਦੀ ਹੈ ਸਾਡੀ ਜਰਨੀ ਬਾਰੇ, ਅਸੀਂ ਕਿੱਦਾਂ ਸ਼ੁਰੂ ਹੋਏ, ਕਿੱਦਾਂ ਮੈਰੀਟਾਈਮਸ 'ਚ ਸੜਕ ਤੇ ਡਾਂਸ ਕਰਨ ਵਾਲੇ 4 ਮੁੰਡੇ ਇੱਕ ਡਾਕੂਮੈਂਟਰੀ ਤੱਕ ਪਹੁੰਚੇ। ਐਂਡ ਗੱਲ ਕਰਦੀ ਹੈ ਸਾਡੇ ਉਸ ਪਹਿਲੂ ਬਾਰੇ ਜਿਹੜਾ ਅਸੀਂ ਜਿੰਨੇ ਇਸ਼ੂਜ਼ 'ਤੇ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕਿੱਦਾਂ ਉੱਥੇ ਤੱਕ ਪਹੁੰਚੇ, ਔਰ ਐਕਚੁਅਲ 'ਚ ਹਿਊਮਨ ਟੂ ਹਿਊਮਨ ਕਨੈਕਸ਼ਨ ਜਿਹੜਾ ਬਣਦਾ ਗਰੁੱਪ ਦਾ ਇੰਡੀਜਨਸ ਲੋਕਾਂ ਨਾਲ ਜਾਂ ਫਿਰ ਉਹਨਾਂ ਲੋਕਾਂ ਨਾਲ ਜਿਹੜੇ ਅਫੈਕਟਡ ਨੇ ਕਿਸੇ ਕਾਜ਼ ਦੇ ਥਰੂ, ਉਹ ਕਿਸ ਤਰ੍ਹਾਂ ਹੁੰਦਾ, ਉਸ ਪੂਰੇ ਪ੍ਰੋਸੈਸ ਬਾਰੇ ਗੱਲ ਕਰਦੀ ਹੈ ਇਹ ਡਾਕੂਮੈਂਟਰੀ। ਕਿਸ ਤਰ੍ਹਾਂ ਤੁਹਾਨੂੰ ਇਸ ਡਾਕੂਮੈਂਟਰੀ ਫਿਲਮ ਲਈ ਅਪਰੋਚ ਕੀਤਾ ਗਿਆ? ਕੀ ਰਿਐਕਸ਼ਨ ਸੀਗਾ ਤੁਹਾਡਾ ਜਦੋਂ ਤੁਹਾਨੂੰ ਅਪਰੋਚ ਕੀਤਾ ਗਿਆ, ਐਂਡ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਇਹ ਫਿਲਮ ਪੂਰੀ ਬਣਨ ਤੋਂ ਬਾਅਦ ਤਿਆਰ ਹੋਈ ਫਿਲਮ ਵੇਖੀ? ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਦ ਤੁਹਾਡੇ ਤੇ ਫਿਲਮ ਬਣੀ? ਸਾਨੂੰ ਇੱਕ ਲੋਕਲ ਡਾਇਰੈਕਟਰ ਨੇ ਅਪਰੋਚ ਕੀਤਾ ਸੀ ਨੋਵਾ ਸਕੋਸ਼ੀਆ ਤੋਂ ਹੀ, ਤੇ ਸਾਡਾ ਪਹਿਲਾ ਤੇ ਹੁਣ ਤੱਕ ਦਾ ਰਿਐਕਸ਼ਨ ਇਹੀ ਸੀਗਾ ਵੀ ਕੋਈ ਸਾਡੇ ਤੇ ਫਿਲਮ ਕਿਉਂ ਦੇਖਣਾ ਚਾਹੂਗਾ। ਅਸੀਂ ਕੋਈ ਨਾ ਤਾਂ ਬਹੁਤਾ ਕੁਝ ਸਪੈਸ਼ਲ ਕਰਦੇ ਹਾਂ, ਔਰ ਨਾ ਹੀ ਕੋਈ ਸਾਡਾ ਇੱਦਾਂ ਦਾ ਫੋਕਸ ਸੀਗਾ ਵੀ ਐਂਡ ਤੇ ਸਾਡੇ ਤੇ ਇੱਕ ਫਿਲਮ ਬਣੇ। ਪਰ ਬਣਨ ਤੋਂ ਬਾਅਦ ਜਿੰਨੀ ਅਸੀਂ ਜਦੋਂ ਦੇਖੀ ਜਾਂ ਫਿਰ ਲੋਕਾਂ ਨੇ ਹੁਣ ਜਦੋਂ ਸਟ੍ਰੀਮਿੰਗ ਕਰਨੀ ਸ਼ੁਰੂ ਕੀਤੀ ਹੈ, ਬਹੁਤ ਵਧੀਆ ਰਿਐਕਸ਼ਨ ਆ ਰਿਹਾ, ਔਰ ਬੜਾ ਚੰਗਾ ਲੱਗ ਰਿਹਾ ਕਿ ਇੱਕ ਛੋਟੀ ਜਿਹੀ ਚੰਗੀ ਸੋਚ ਨੂੰ ਲੈ ਕੇ ਜੇ ਤੁਸੀਂ ਚੱਲੋ ਤਾਂ ਲੋਕ ਉਹਨੂੰ ਕਿੰਨਾ ਐਪਰੀਸ਼ੀਏਟ ਕਰਦੇ ਆ। ਫਿਲਮ ਦਾ ਟਾਈਟਲ ਹੈਗਾ ਬਿਹਾਈਂਡ ਦ ਭੰਗੜਾ ਬॉयਜ਼, ਪਰ ਜਿਹੜੀ ਇਹਦੀ ਟੈਗਲਾਈਨ ਹੈਗੀ ਹੈ ਇਟ ਸੇਜ਼
ਐਨ ਆਰਟ ਆਫ ਜੋਇਸ ਐਕਟਿਵਿਜ਼ਮ, ਕੀ ਮਤਲਬ ਹੈ ਇਹਦਾ? ਦੇਖੋ, ਅਕਸਰ ਜਦੋਂ ਆਪਾਂ ਕਿਸੇ ਸੁਸਾਇਟੀ 'ਚ ਵਿਚਰਦੇ ਹਾਂ, ਆਪਾਂ ਦੇਖਦੇ ਹਾਂ ਵੀ ਕੁਛ ਇਹੋ ਜਿਹੇ ਇਸ਼ੂਜ਼ ਵੀ ਹੁੰਦੇ ਆ, ਚਾਹੇ ਉਹ ਇੱਕ ਡਿਵੈਲਪਡ ਕੰਟਰੀ ਹੋਵੇ, ਚਾਹੇ ਡਿਵੈਲਪਿੰਗ ਕੰਟਰੀ ਹੋਵੇ, ਜਿਨ੍ਹਾਂ 'ਤੇ ਕੰਮ ਕਰਨ ਦੀ ਲੋੜ ਹੁੰਦੀ ਆ। ਇਸ ਤਰ੍ਹਾਂ ਹੀ ਸਾਨੂੰ ਕੁਛ ਇਸ਼ੂਜ਼ ਮਿਲੇ, ਇਨਸਪਾਈਟ ਆਫ ਕਿ ਅਸੀਂ ਸੜਕ 'ਤੇ ਉਤਰ ਕੇ ਕਿਸੇ ਖਿਲਾਫ ਨਾਅਰੇ ਮਾਰਦੇ ਜਾਂ ਫਿਰ ਕਿਸੇ ਨੂੰ ਇਹ ਕਹਿੰਦੇ ਵੀ ਤੁਸੀਂ ਆਪਣਾ ਕੰਮ ਨਹੀਂ ਕਰ ਰਹੇ। ਅਸੀਂ ਸੋਚਿਆ ਵੀ ਅਸੀਂ ਆਪ ਕੋਸ਼ਿਸ਼ ਕਰਦੇ ਹਾਂ ਉਹ ਕੰਮ ਕਰਨ ਦੀ, ਅਤੇ ਜੇ ਸਾਨੂੰ ਲੱਗੂਗਾ ਵੀ ਹਾਂ ਇਸ ਕੰਮ ਨੂੰ ਸਾਹਮਣੇ ਰੱਖਣ ਤੋਂ ਬਾਅਦ ਕੋਈ ਹੋਰ ਇਹਦੇ 'ਚ ਇੰਟਰਸਟ ਲੈ ਰਿਹਾ, ਚਾਹੇ ਉਹ ਗਵਰਨਮੈਂਟ ਹੈ, ਚਾਹੇ ਪੋਲੀਟੀਸ਼ੀਅਨਸ ਨੇ, ਚਾਹੇ ਆਮ ਪਬਲਿਕ ਆ, ਕਿਉਂਕਿ ਮਿਊਚੁਅਲੀ ਜਦੋਂ ਤੱਕ ਸਾਰੇ ਕੰਮ ਨਹੀਂ ਕਰਾਂਗੇ ਕੰਮ ਹੋ ਨਹੀਂ ਸਕਦਾ। ਇਹੀ ਸਾਡਾ ਓਵਰਆਲ ਮੈਸੇਜ ਸੀਗਾ ਵੀ ਪਹਿਲਾ ਪਾਰਟ ਅਸੀਂ ਪਲੇ ਕਰਦੇ ਹਾਂ, ਫਿਰ ਅਸੀਂ ਲੋਕਾਂ ਨੂੰ ਕਾਲ ਕਰਾਂਗੇ ਔਰ ਸਾਰੇ ਮਿਲ ਕੇ ਉਸ ਸੋਸ਼ਲ ਇਸ਼ੂ 'ਤੇ ਕੰਮ ਕਰਾਂਗੇ। ਜੀ, ਜਿਸ ਤਰ੍ਹਾਂ ਫਿਲਮ ਦੇ ਵਿੱਚ ਤੁਹਾਡੀ ਹਾਰਡਸ਼ਿਪਸ ਦਾ ਜ਼ਿਕਰ ਕੀਤਾ ਗਿਆ ਹੈ, ਕੀ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਕਿਹੜੀ ਹਾਰਡਸ਼ਿਪਸ ਤੁਸੀਂ ਦੇਖੀਆਂ? ਮੈਨੂੰ ਲੱਗਦਾ ਜੋ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜਦੋਂ ਇਸ ਕੰਟਰੀ 'ਚ ਆਉਂਦਾ, ਉਹ ਸਾਰੀਆਂ ਹਾਰਡਸ਼ਿਪਸ ਜਿਹਦੇ 'ਚੋਂ ਉਹ ਨਿਕਲਦਾ, ਉਹਦੇ 'ਚੋਂ ਹੀ ਅਸੀਂ ਨਿਕਲ ਰਹੇ ਸੀਗੇ। ਪਰ ਉਹਦੇ ਨਾਲ ਜਦੋਂ ਅਸੀਂ ਇੱਕ ਟੀਚਾ ਬੰਨ੍ਹ ਲਿਆ ਵੀ ਅਸੀਂ ਕੁਛ ਵੱਡਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਈ ਥਿੰਕ ਉਹਨੇ ਥੋੜ੍ਹਾ ਜਿਹਾ ਉਹਨੂੰ ਹੋਰ ਹਾਰਡ ਕਰਤਾ। ਐਂਡ ਜਦੋਂ ਵੀਡੀਓਜ਼ ਵਾਇਰਲ ਹੋਈਆਂ, ਇੱਕਦਮ ਸਪੌਟਲਾਈਟ ਆ ਗਈ, ਜਿਹਦੇ ਲਈ ਸ਼ਾਇਦ ਅਸੀਂ ਬਹੁਤੀ ਚੰਗੀ ਤਰ੍ਹਾਂ ਤਿਆਰ ਨਹੀਂ ਸੀ। ਜਦੋਂ ਲੱਖਾਂ ਦੀ ਗਿਣਤੀ 'ਚ ਲੋਕ ਤੁਹਾਡੇ ਵੱਲ ਦੇਖਣ ਲੱਗਦੇ ਆ, ਉਹ ਜਿਵੇਂ ਕਹਿੰਦੇ ਨਾ, ਇਫ ਯੂ ਆਰ ਫੇਮਸ ਦੈਨ ਮੇਬੀ ਯੂ ਆਰ ਵੈਰੀ ਸਮਾਰਟ, ਤਾਂ ਹਰ ਇਸ਼ੂ 'ਤੇ ਤੁਹਾਡਾ ਓਪੀਨੀਅਨ ਮੰਗਿਆ ਜਾਂਦਾ। ਤਾਂ ਉਹ ਸਾਡੇ ਲਈ ਥੋੜ੍ਹਾ ਜਿਹਾ ਟਾਈਮ ਸੀਗਾ ਵੀ ਕਿੱਦਾਂ ਜੌਬਸ ਮੈਨੇਜ ਕਰੀਏ, ਪਾਰਟ ਟਾਈਮ ਨਾਲ ਪੜ੍ਹਾਈ ਮੈਨੇਜ ਕਰੀਏ, ਨਾਲ ਮੈਰੀਟਾਈਮ ਭੰਗੜਾ ਗਰੁੱਪ ਮੈਨੇਜ ਕਰੀਏ, ਨਾਲ ਹੋਰ ਕੰਟਰੀਬਿਊਸ਼ਨਸ। ਸੋ ਸਾਰਾ ਕੰਮ ਇਕੱਠਾ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ ਸੀ। ਮੈਰੀਟਾਈਮ ਭੰਗੜਾ ਗਰੁੱਪ ਬਹੁਤ ਫੇਮਸ ਹੈਗਾ ਹੈ, ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਪਰ ਫਾਰਮ ਕਿਸ ਤਰ੍ਹਾਂ ਹੋਇਆ ਸੀ? ਜਿਸ ਕੈਨੇਡਾ ਦੇ ਹਿੱਸੇ 'ਚ ਅਸੀਂ ਰਹਿੰਦੇ ਹਾਂ ਹੁਣ ਵੀ, ਐਟਲਾਂਟਿਕ ਕੈਨੇਡਾ 'ਚ, ਉੱਥੇ ਅੱਜ ਵੀ ਗਿਣਤੀ ਬਹੁਤ ਘੱਟ ਹੈ ਪੰਜਾਬੀਆਂ ਦੀ ਜਾਂ ਸਿੱਖਾਂ ਦੀ। ਮੇਬੀ ਪਿਛਲੇ 3-4 ਸਾਲ 'ਚ ਥੋੜ੍ਹੀ ਇਮੀਗ੍ਰੇਸ਼ਨ ਵਧੀ ਆ। ਤਾਂ ਜਸਟ ਅਸੀਂ ਘਰ ਨੂੰ, ਪੰਜਾਬ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਬਸ 4 ਮੁੰਡੇ ਰਲ ਕੇ। ਅਤੇ ਥੋੜ੍ਹਾ ਜਿਹਾ ਸਾਨੂੰ ਆਪਣੀ ਆਈਡੈਂਟੀਟੀ ਨੂੰ ਲੈ ਕੇ ਇੱਕ ਆਈ ਵੁੱਡ ਸੇ ਕਿਸੇ ਹੱਦ ਤੱਕ ਇੱਕ ਇਗਨੋਰੈਂਸ ਸੀਗੀ, ਨਾਟ ਰੇਸਿਜ਼ਮ, ਇੱਕ ਇਗਨੋਰੈਂਸ ਸੀਗੀ ਸੋਸਾਇਟੀ 'ਚ। ਬਸ ਉਹਨੂੰ ਦੂਰ ਕਰਨ ਲਈ ਅਸੀਂ ਸੋਚਿਆ ਵੀ ਭੰਗੜਾ ਅਤੇ ਬਾਕੀ ਸਟਰੀਟ ਕੈਂਪੇਨਸ ਨੂੰ ਇੱਕ ਰਾਹ ਬਣਾਇਆ ਜਾਵੇ, ਅਤੇ ਉਹ ਹੌਲੀ ਹੌਲੀ ਇੰਨਾ ਵੱਡਾ ਹੋ ਗਿਆ ਔਰ ਪਤਾ ਹੀ ਨਹੀਂ ਲੱਗਿਆ। ਜਿਹੜੀ ਹੁਣ ਫਿਲਮ ਬਣੀ ਹੈ, ਡਾਕੂਮੈਂਟਰੀ ਫਿਲਮ, ਕੀ ਲੱਗਦਾ ਹੈ ਤੁਹਾਨੂੰ ਕਿ ਲੋਕੀ ਕੀ ਇਸ ਫਿਲਮ ਤੋਂ ਸਿੱਖ ਸਕਦੇ ਨੇ, ਕੀ ਇਸ ਫਿਲਮ ਤੋਂ ਲਿਜਾ ਸਕਦੇ ਨੇ? ਦੇਖੋ, ਇੱਕ ਬਹੁਤ ਵੱਡਾ ਫੋਕਸ ਫਿਲਮ ਦਾ, ਮੈਜੋਰਿਟੀ ਆਫ ਦਾ ਫਿਲਮ ਜਿਹੜੀ ਆ ਉਹ ਅਸੀਂ ਇਸ਼ੂਜ਼ 'ਤੇ ਹੀ ਰੱਖੀ ਆ। ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਇਸ਼ੂ ਰਿਹਾ। ਅਸੀਂ ਇੰਡੀਜਨਸ ਟੈਰੀਟਰੀਜ਼ ਨੂੰ ਵਿਜ਼ਿਟ ਕੀਤਾ, ਉੱਥੇ ਦੇ ਲੋਕਾਂ ਨਾਲ ਇੰਟਰੈਕਟ ਕੀਤਾ ਕਿ ਐਕਚੁਅਲ ਉਹ ਇਸ਼ੂ ਉਹਨਾਂ ਨੂੰ ਕਿੱਦਾਂ ਹਰਟ ਕਰ ਰਿਹਾ। ਕਲਾਈਮੇਟ ਚੇਂਜ ਨੂੰ ਜਦੋਂ ਵੀ ਆਪਾਂ ਸੋਚਦੇ ਹਾਂ, ਅਸੀਂ ਕਹਿੰਦੇ ਸ਼ਾਇਦ 30 ਸਾਲ ਬਾਅਦ ਹੀ ਅਗਲੀ ਜਨਰੇਸ਼ਨ ਨੂੰ ਇਫੈਕਟ ਕਰੂਗਾ। ਨਹੀਂ, ਇਹ ਹੁਣੇ ਇਫੈਕਟ ਕਰ ਰਿਹਾ। ਔਰ ਇੱਕ ਉਹ ਫੋਕਸ ਰਿਹਾ ਸਾਡਾ ਕਿ ਅਸੀਂ ਲੋਕਾਂ ਨੂੰ ਦਿਖਾ ਸਕੀਏ ਕਿ ਇਹ ਖਤਰਾ ਅੱਜ ਹੈ ਔਰ ਬਹੁਤ ਜਲਦੀ ਤੁਹਾਡੇ ਤੱਕ ਪਹੁੰਚ ਜਾਊਗਾ ਜੇ ਤੁਸੀਂ ਕੁਛ ਨਾ ਕੀਤਾ। ਸੈਕੰਡਲੀ, ਜਿਵੇਂ ALS ਵਨ ਆਫ ਦਾ ਕਾਜ਼ਜ਼ ਜਿਹਦੇ 'ਤੇ ਅਸੀਂ ਕੰਮ ਕਰਦੇ ਸੀ, ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਕੈਨੇਡਾ 'ਚ ਹੈਲਥ ਕੇਅਰ ਸਾਰਿਆਂ ਲਈ ਔਰ ਫ੍ਰੀ ਆ, ਸਟਿਲ ਹਾਲੇ ਕਾਫੀ ਸਾਰੇ ਇਹੋ ਜਿਹੇ ਕਾਜ਼ਜ਼ ਨੇ ਜਾਂ ਹੈਲਥ ਕੇਅਰ ਦੇ ਇਸ਼ੂਜ਼ ਨੇ ਜਿਨ੍ਹਾਂ 'ਤੇ ਕੰਮ ਕਰਨ ਦੀ ਲੋੜ ਆ ਔਰ ਸ਼ਾਇਦ ਉਹਨਾਂ ਨੂੰ ਗਵਰਨਮੈਂਟ ਤੋਂ ਉਨੀ ਫੰਡਿੰਗ ਨਹੀਂ ਮਿਲਦੀ। ਸੋ ਸਾਨੂੰ ਸਾਰਿਆਂ ਨੂੰ ਉਹਦੇ 'ਤੇ ਧਿਆਨ ਦੇਣਾ ਪਊਗਾ। ਇੱਦਾਂ ਦੀਆਂ ਚੀਜ਼ਾਂ ਨੇ। ਐਂਡ ਅ ਬਿਟ ਅਬਾਊਟ ਅਸੀਂ ਲਾਈਫ ਕਿੱਦਾਂ ਜੀਨੇ ਆ। ਕਈ ਵਾਰ ਨਾ ਲੋਕੀ ਕੈਮਰੇ 'ਤੇ ਦੇਖ ਕੇ ਸਮਝਦੇ ਆ ਵੀ ਅਸੀਂ ਬੜੇ ਸਪੈਸ਼ਲ ਲੋਕ ਹਾਂ। ਅਸੀਂ ਵੀ ਬਾਕੀ ਸਾਰਿਆਂ ਵਾਂਗੂ ਬੜੀ ਆਮ ਜੀ ਜ਼ਿੰਦਗੀ ਜੀਨੇ ਆ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਅਸੀਂ ਹਮੇਸ਼ਾ ਦੇਖਿਆ ਹੈ ਕਿ ਮੈਰੀਟਾਈਮ ਭੰਗੜਾ ਗਰੁੱਪ ਵੱਖ-ਵੱਖ ਕਾਜ਼ਜ਼ ਲਈ ਕੰਮ ਕਰਦਾ ਹੈ। ਐਂਡ ਮੇਰਾ ਅਗਲਾ ਸਵਾਲ ਵੀ ਇਹੀ ਸੀਗਾ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਕਾਜ਼ਜ਼ ਦੇ ਉੱਤੇ ਤੁਸੀਂ ਕੰਮ ਕਰੋਗੇ? ਅਸੀਂ ਲਾਸਟ ਈਅਰ ਤੱਕ ਆਟਿਜ਼ਮ ਤੇ ਬਲੱਡ ਕੈਂਸਰ 'ਤੇ ਕੰਮ ਕਰ ਰਹੇ ਸੀਗੇ, ਅਤੇ ਰਾਈਟ ਨਾਓ ਅਸੀਂ ਥੋੜ੍ਹਾ ਬਹੁਤ ਕਲਾਈਮੇਟ ਚੇਂਜ ਅਵੇਅਰਨੈਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਹੀ ਅਸੀਂ ਬਲੱਡ ਕੈਂਸਰ ਦਾ ਕੰਮ ਹੈ ਜਿਹੜਾ ਉਹਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਤੋਂ। ਕਮਿਊਨਿਟੀ ਵੱਲੋਂ ਹੁਣ ਤੱਕ ਤੁਹਾਨੂੰ ਕਿੰਨਾ ਸਹਿਯੋਗ ਮਿਲਿਆ ਹੈ? ਐਂਡ ਜੇ ਲੋਕੀ ਤੁਹਾਨੂੰ ਸਪੋਰਟ ਕਰਨਾ ਚਾਹੁੰਦੇ ਨੇ ਤਾਂ ਕਿਸ ਤਰ੍ਹਾਂ ਕਰ ਸਕਦੇ ਨੇ? ਬਹੁਤ ਹੱਦ ਤੱਕ ਹਾਂਜੀ ਮਿਲਿਆ ਸਾਨੂੰ। ਐਂਡ ਦ ਬੈਸਟ ਪਾਰਟ ਇਜ਼ ਕਿ ਸਾਨੂੰ ਸਿਰਫ ਆਪਣੀ ਇੰਡੀਅਨ ਕਮਿਊਨਿਟੀ ਦਾ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਦਾ ਨਹੀਂ, ਸਾਡੀ ਮੈਜੋਰਿਟੀ ਜਿਹੜੀ ਆਡੀਅנס ਰਹੀ ਹੈ ਉਹ ਇਸ ਕਮਿਊਨਿਟੀ ਤੋਂ ਬਾਹਰ ਦੀ ਰਹੀ ਹੈ, ਅਤੇ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤਾ। ਬਿਕਾਜ਼ ਅਸੀਂ ਕਿੰਨਾ ਵੀ ਬੋਸਟ ਕਰ ਸਕਦੇ ਹਾਂ ਕਿ ਅਸੀਂ ਇੰਨੇ ਪੈਸੇ ਰੇਜ਼ ਕੀਤੇ, ਇਟਸ ਆਲ ਅਬਾਊਟ ਵੀ ਕਾਲ ਫॉर ਹੈਲਪ, ਅਤੇ ਲੋਕੀ ਐਕਚੁਅਲ 'ਚ ਜਾ ਕੇ ਡੋਨੇਟ ਕਰਦੇ ਆ। ਐਜ਼ ਆਈ ਆਲਵੇਜ਼ ਸੇ, ਸਾਡਾ ਕੋਈ ਬੈਂਕ ਅਕਾਊਂਟ ਨਹੀਂ ਹੈ, ਅਸੀਂ ਨਾ ਕਿ ਅਸੀਂ ਰਜਿਸਟਰਡ ਗਰੁੱਪ ਵੀ ਨਹੀਂ ਆ। ਅਸੀਂ ਲੋਕਾਂ ਜਿੱਥੇ ਵੀ ਅਸੀਂ ਸ਼ੋਅ ਕਰਦੇ ਹਾਂ ਜਾਂ ਜਾਂਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲੀਜ਼ ਡੋਨੇਟ ਕਰ ਦਿਓ, ਅਤੇ ਡੋਨੇਟ ਕਰ ਦਿੰਦੇ ਆ। ਕੋਈ ਵੀ ਆਪਣੇ ਨੇੜਲਾ ਕਾਜ਼ ਦੇਖੋ ਜਿਹੜਾ ਤੁਹਾਨੂੰ ਜਾਂ ਤੁਹਾਡੇ ਆਸ-ਪਾਸ ਇਫੈਕਟ ਕਰ ਰਿਹਾ। ਜੇ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਸੋਸ਼ਲ ਮੀਡੀਆ 'ਤੇ ਸਾਡੇ ਨਾਲ ਕਨੈਕਟ ਕਰੋ। ਅਸੀਂ ਉੱਥੇ ਕਾਲ ਫॉर ਹੈਲਪ ਪਾਉਂਦੇ ਹਾਂ,
ਅਸੀਂ ਜਿਹੜੀ ਸਿਟੀ ਜਾਂਦੇ ਹਾਂ ਅਸੀਂ ਉੱਥੇ ਦੇ ਪੈਸੇ ਉਸੇ ਸਿਟੀ 'ਚ ਛੱਡ ਕੇ ਆਉਂਦੇ ਹਾਂ, ਵਾਪਸ ਹੈਲੀਫੈਕਸ ਨਹੀਂ ਲੈ ਕੇ ਜਾਂਦੇ। ਸੋ ਜਿਹੜਾ ਵੀ ਕਾਜ਼ ਤੁਹਾਨੂੰ ਆਪਣੇ ਆਸ-ਪਾਸ ਨਜ਼ਰ ਆ ਰਿਹਾ, ਬਿਕੋਜ਼ ਐਟ ਦੀ ਐਂਡ ਆਫ ਦਾ ਡੇ ਫੋਕਸ ਇੱਕ ਬੈਟਰ ਕੈਨੇਡਾ ਦਾ, ਤਾਂ ਜਿਹੜਾ ਵੀ ਕਾਜ਼ ਤੁਹਾਨੂੰ ਆਸ-ਪਾਸ ਨਜ਼ਰ ਆਵੇ ਉੱਥੇ ਕੰਟਰੀਬਿਊਟ ਕਰੋ। ਹਸਮੀਤ, ਅਸੀਂ ਹਮੇਸ਼ਾ ਦੇਖਿਆ ਕਿ ਮੈਰੀਟਾਈਮ ਭੰਗੜਾ ਗਰੁੱਪ ਇੰਡੀਜੀਨਸ ਕਮਿਊਨਿਟੀ ਵੱਲ ਜ਼ਿਆਦਾ ਫੋਕਸ ਕਰਦਾ ਹੈ। ਵਾਈ ਇਜ਼ ਦੈਟ? ਆਈ ਥਿੰਕ ਆਪਾਂ ਸਾਰੇ ਐਕਨੋਲੇਜ ਕਰਦੇ ਹਾਂ ਕਿ ਦੇ ਆਰ ਦ ਫਰਸਟ ਪੀਪਲ ਹੇਅਰ ਇਸ ਟੈਰੀਟਰੀ ਤੇ ਸਾਡੇ ਮੈਜੋਰਿਟੀ ਆਫ ਦ ਪ੍ਰੋਗਰਾਮਸ ਜਿਹੜੇ ਸਾਡੇ ਹੁੰਦੇ ਆ ਉਹ ਯੂਨੀਵਰਸਲ ਹੁੰਦੇ ਆ, ਬਟ ਸਾਡੀ ਕੋਸ਼ਿਸ਼ ਰਹਿੰਦੀ ਹੈ ਜੇ ਕੋਈ ਇਸ਼ੂ ਸਪੈਸੀਫਿਕਲੀ ਇੰਡੀਜੀਨਸ ਕਮਿਊਨਿਟੀਜ਼ ਨੂੰ ਜ਼ਿਆਦਾ ਇਫੈਕਟ ਕਰ ਰਿਹਾ, ਲਾਈਕ ਅਸੀਂ ਲਾਸਟ ਈਅਰ ਆਟਿਜ਼ਮ ਨੋਵ ਸਕੋਸ਼ੀਆ ਨਾਲ ਕੰਮ ਕਰ ਰਹੇ ਸੀਗੇ, ਤਾਂ ਵੀ ਵਰ ਟਰਾਈਂਗ ਕਿ ਇੱਕ ਪਾਇਲਟ ਪ੍ਰੋਗਰਾਮ ਰਨ ਕੀਤਾ ਜਾਵੇ ਜਸਟ ਫॉर ਵਨ ਇੰਡੀਜੀਨਸ ਕਮਿਊਨਿਟੀ, ਜਿਹਦੇ ਨਾਲ ਇਹ ਦੇਖਿਆ ਜਾ ਸਕੇ ਕਿ ਉਹਨਾਂ ਨੂੰ ਟ੍ਰੇਨ ਕਰਕੇ ਕਿ ਕੋਈ ਸਪੈਸੀਫਿਕ ਇਫੈਕਟਸ ਆਉਂਦੇ ਆ ਉਸ ਰਿਜ਼ਰਵ 'ਤੇ, ਕੀ ਚੀਜ਼ਾਂ ਬੈਟਰ ਹੁੰਦੀਆਂ ਜੇ ਉਹ ਹੋਣ, ਤਾਂ ਕਿ ਅਸੀਂ ਬਾਕੀ ਲੋਕਾਂ ਨੂੰ, ਪੋਲੀਟੀਸ਼ੀਅਨਸ ਨੂੰ ਜਾਂ ਕਿਸੇ ਹੋਰ ਨੂੰ ਵੀ ਪਰਸਿਊ ਕਰ ਸਕੀਏ ਕਿ ਅਸੀਂ ਇੱਦਾਂ ਦੇ ਕਮਿਊਨਿਟੀਜ਼ ਇੱਦਾਂ ਦੇ ਪ੍ਰੋਗਰਾਮਸ ਹਰ ਰਿਜ਼ਰਵ 'ਤੇ ਚਲਾ ਸਕੀਏ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੇ ਚਾਹੇ ਉਹ ਇੰਡੀਜੀਨਸ ਕਮਿਊਨਿਟੀ ਹੈ ਚਾਹੇ ਕੋਈ ਵੀ, ਜੇ ਸਪੈਸੀਫਿਕਲੀ ਇਫੈਕਟ ਹੋ ਰਿਹਾ ਤਾਂ ਉਹਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਬਣਾ ਕੇ ਉਹਨਾਂ ਦੀ ਹੈਲਪ ਕੀਤੀ ਜਾਵੇ। ਡਾਕੂਮੈਂਟਰੀ ਫਿਲਮ ਦੀ ਗੱਲ ਕਰਾਂਗੇ, ਕਦੋਂ ਇਹ ਡਾਕੂਮੈਂਟਰੀ ਫਿਲਮ ਕੈਨੇਡਾ ਵਾਈਡ ਰਿਲੀਜ਼ ਹੋਏਗੀ? ਕਦੋਂ ਇਹ ਡਾਕੂਮੈਂਟਰੀ ਫਿਲਮ ਕੈਨੇਡਾ ਤੋਂ ਬਾਹਰ ਰਿਲੀਜ਼ ਹੋਏਗੀ? ਕਦੋਂ ਦਰਸ਼ਕ ਇਹਨੂੰ ਦੇਖ ਸਕਦੇ ਨੇ? ਕੈਨੇਡਾ 'ਚ CBC ਜੈਮ 'ਤੇ ਸਟ੍ਰੀਮ ਕਰ ਰਹੀ ਹੈ ਡਾਕੂਮੈਂਟਰੀ ਰਾਈਟ ਨਾਓ। ਜੇ ਤੁਸੀਂ CBC ਜੈਮ 'ਤੇ ਜਾ ਕੇ ਬਿਹਾਈਂਡ ਦ ਭੰਗੜਾ ਬॉय ਸਰਚ ਕਰੋਗੇ ਜਾਂ ਸਿਰਫ ਗੂਗਲ ਕਰੋਗੇ, ਯੂ ਕੈਨ ਸੀ ਦੈਟ। ਆਊਟਸਾਈਡ ਕੈਨੇਡਾ ਜਲਦੀ ਹੀ US ਤੇ ਯੂਰਪ 'ਚ ਲਾਂਚ ਹੋਊਗੀ। ਉਸ ਤੋਂ ਬਾਅਦ ਸਾਡਾ ਮੇਨ ਫੋਕਸ ਰਹੂਗਾ ਇੰਡੀਆ, ਜਿਹਦੇ ਲਈ ਅਸੀਂ ਟਰਾਂਸਲੇਸ਼ਨਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਲੋਕਾਂ ਤੱਕ ਪਹੁੰਚੂਗੀ ਫਿਲਮ। ਜੀ ਹਸਮੀਤ, ਆਖਿਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਸੁਨੇਹਾ ਮੇਰਾ ਇਹੀ ਰਹੇਗਾ ਕਿ ਜੇ ਅੱਜ ਅਸੀਂ ਸੁਸਾਇਟੀ ਨੂੰ ਇੱਥੇ ਆ ਕੇ ਅਡਾਪਟ ਕਰ ਲਿਆ, ਤਾਂ ਜੇ ਇਹ ਸੁਸਾਇਟੀ ਬੈਟਰ ਹੋਊਗੀ ਤੇ ਅਸੀਂ ਬੈਟਰ ਹੋਵਾਂਗੇ। ਸੋ ਆਪਣੇ ਆਸ-ਪਾਸ ਦੇਖੋ, ਜੇ ਕਿਸੇ ਨੂੰ ਮਦਦ ਦੀ ਲੋੜ ਆ ਪਲੀਜ਼ ਉਹਦੀ ਮਦਦ ਕਰੋ। ਹਸਮੀਤ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਫਿਲਮ ਬਾਰੇ ਗੱਲਬਾਤ ਕੀਤੀ। ਵੀ ਵਿਸ਼ ਯੂ ਗੁੱਡ ਲੱਕ। ਔਰ ਜਾਂਦੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਹ ਫਿਲਮ ਮੈਰੀਟਾਈਮ ਭੰਗੜਾ ਗਰੁੱਪ ਦੇ ਉੱਤੇ ਬਣਾਈ ਗਈ ਹੈ, ਜਿਹਦਾ ਨਾਮ ਹੈ ਬਿਹਾਈਂਡ ਦ ਭੰਗੜਾ ਬॉयਜ਼, ਐਂਡ ਜਲਦ ਹੀ ਇਹ ਫਿਲਮ ਵਰਲਡ ਵਾਈਡ ਰਿਲੀਜ਼ ਹੋਏਗੀ। ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਜ਼ਰੂਰ ਪਸੰਦ ਕਰਨਗੇ। ਸੋ ਅੱਜ ਦੇ ਲਈ NRI ਵਰਡ ਵਿੱਚ ਬਸ ਇੰਨਾ ਹੀ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@pdcnetwork.com। ਫਿਲਹਾਲ ਸਾਨੂੰ ਦਿਓ ਇਜਾਜ਼ਤ, ਫਿਰ ਤੋਂ ਮੁਲਾਕਾਤ ਹੋਏਗੀ ਅਗਲੇ ਹਫਤੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।